ਓਮ ਸ਼ਾਂਤੀ। ਅੱਜ 9/7/2023 ਦੀ ਬਾਣੀ ਹੈ। अव्यक्त बाप दादा दा रिवाइज कोर्स की तारीख 26/2/1995। आज बाप दादा ने टाइटल दिया संगम युग उत्सव दा युग है। उत्सव मनाना मतलब अविनाशी उमंग उत्साह विच रहना। संगम युग उत्सव दा युग है। उत्सव मनाना मतलब अविनाशी उमंग उत्साह विच रहना। आज बाप दादा आखदे ने आज त्रिदेव रचता त्रिमूर्ति शिव बाप अपने रूहानी डायमंड दे नाल डायमंड जुबली अते डायमंड जयंती मनाउण आए है। इसे विचित्र जयंती नूं डायमंड जयंती कहंदे है क्योंकि बाप अवतरित हुंदे ही है कौड़ी वर्गियां आत्मावां नूं हीरे समान बनाउण। तां बाप दादा चारे पासों दे बच्चिआं नूं जो हीरे तो भी अमूल्य है सब नूं सामने वेख रहे है। बाप दादा दे अगे सिर्फ मधुबन दी सभा नहीं है लेकिन विश्व दे चारों पासे दे ब्राह्मण बच्चिआं दी सभा है। सब दे दिल दी मुबारक दे स्नेह भरे गीत कहो बोल कहो। बाप नेड़े तो सुन रहे है। दिल दा आवाज़ दिलाराम दे कोल पहले पहुँचदा है। ਤਾਂ ਬਾਪ ਦਾਦਾ ਵੇਖ ਰਹੇ ਹੈ ਕਿ ਬੱਚਿਆਂ ਦੇ ਸੇਵਾ ਦਾ ਪ੍ਰਤੱਖ ਪ੍ਰਮਾਣ ਚਾਰੋਂ ਪਾਸੇ ਦੇ ਮਧੂਬਨ ਬਾਪ ਦੇ ਸਵੀਟ ਹੋਮ ਤੱਕ ਪਹੁੰਚ ਰਿਹਾ ਹੈ। ਉਵੇਂ ਵੀ ਸ਼ਿਵ ਜਯੰਤੀ ਨੂੰ ਉਤਸਵ ਕਹਿੰਦੇ ਹੈ। ਅਸਲ ਤਰੀਕੇ ਨਾਲ ਉਤਸਵ ਤੁਸੀਂ ਬ੍ਰਾਹਮਣ ਹੀ ਮਨਾਉਂਦੇ ਹੋ ਕਿਉਂਕਿ ਉਤਸਵ ਦਾ ਅਰਥ ਹੀ ਹੈ ਸਰਬ ਉਤਸਵ ਉਤਸ਼ਾਹ ਉਮੰਗ ਵਿੱਚ ਰਹਿਣਾ। ਤਾਂ ਤੁਸੀਂ ਜੋ ਵੀ ਬੈਠੇ ਹੈ ਸਭ ਦੇ ਦਿਲ ਵਿੱਚ ਉਤਸ਼ਾਹ ਅਤੇ ਉਮੰਗ ਕਿੰਨਾ ਹੈ? ਅਵਿਨਾਸ਼ੀ ਹੈ ਜਾਂ ਅੱਜ ਦੇ ਲਈ ਹੈ? ਅਵਿਨਾਸ਼ੀ ਹੈ ਨਾ। ਇਸ ਲਈ ਬਾਪ ਦਾਦਾ ਇਸ ਸ੍ਰੇਸ਼ਟ ਸੰਗਮ ਯੁਗ ਨੂੰ ਉਤਸ਼ਾਹ ਦਾ ਯੁਗ ਕਹਿੰਦੇ ਹੈ। ਹਰ ਦਿਨ ਤੁਹਾਡੇ ਲਈ ਉਤਸ਼ਾਹ ਸੰਪੰਨ ਹੈ। ਹਰ ਦਿਨ ਉਤਸ਼ਾਹ ਹੈ। ਜੋ ਗਾਇਨ ਹੈ ਤੁਸੀਂ ਲੋਕ ਟੌਪਿਕ ਰੱਖਦੇ ਹੈ ਅਨੇਕਤਾ ਵਿੱਚ ਏਕਤਾ। ਤਾਂ ਪ੍ਰੈਕਟੀਕਲ ਵਿੱਚ ਅਨੇਕ ਦੇਸ਼ ਅਨੇਕ ਭਾਸ਼ਾਵਾਂ ਅਨੇਕ ਰੂਪ ਰੰਗ ਲੇਕਿਨ ਅਨੇਕਤਾ ਵਿੱਚ ਵੀ ਸਭ ਦੇ ਦਿਲ ਵਿੱਚ ਏਕਤਾ ਹੈ ਨਾ। ਕਿਉਂਕਿ ਇੱਕ ਬਾਪ ਹੈ ਭਾਵੇਂ ਅਮਰੀਕਾ ਤੋਂ ਆਏ ਹੈ ਭਾਵੇਂ ਅਫਰੀਕਾ ਤੋਂ ਆਏ ਹੋ ਲੇਕਿਨ ਦਿਲ ਵਿੱਚ ਇੱਕ ਬਾਪ ਹੈ। ਇੱਕ ਸ਼੍ਰੀਮਤ ਦੇ ਚੱਲਣ ਵਾਲੇ ਹੈ। ਤਾਂ ਬਾਪ ਦਾਦਾ ਨੂੰ ਚੰਗਾ ਲੱਗਦਾ ਹੈ ਕਿ ਅਨੇਕ ਭਾਸ਼ਾਵਾਂ ਵਿੱਚ ਹੁੰਦੇ ਹੋਏ ਵੀ ਮਨ ਦਾ ਗੀਤ ਮਨ ਦੀ ਭਾਸ਼ਾ ਇੱਕ ਹੈ। ਭਾਵੇਂ ਕਿਸੇ ਵੀ ਭਾਸ਼ਾ ਵਾਲੇ ਹੋ ਕਾਲਾ ਤਾਜ ਤੇ ਮਿਲਿਆ ਹੈ। ਸਾਰੇ ਹੈੱਡਫੋਨ ਨਾਲ ਆਪਣੀ ਆਪਣੀ ਭਾਸ਼ਾ ਵਿੱਚ ਸੁਣ ਰਹੇ ਹੈ। ਹੁਣ ਇਹ ਹੀ ਕਾਲਾ ਤਾਜ ਬਦਲ ਕੇ ਗੋਲਡਨ ਹੋ ਜਾਵੇਗਾ ਲੇਕਿਨ ਸਭ ਦੀ ਮਨ ਦੀ ਭਾਸ਼ਾ ਇੱਕ ਹੈ ਅਤੇ ਇੱਕ ਹੀ ਸ਼ਬਦ ਹੈ ਮੇਰਾ ਬਾਬਾ। ਸਭੀ ਭਾਸ਼ਾ ਵਾਲੇ ਬੋਲੇ ਮੇਰਾ ਬਾਬਾ। ਹਾਂ ਇਹ ਇੱਕ ਹੀ ਹੈ ਤਾਂ ਅਨੇਕਤਾ ਵਿੱਚ ਏਕਤਾ ਹੈ ਨਾ। ਤਾਂ ਉਤਸ਼ਾਹ ਵਿੱਚ ਰਹਿਣ ਵਾਲੇ ਮਤਲਬ ਸਦਾ ਉਤਸ਼ਾਹ ਮਨਾਉਣ ਵਾਲੀ ਸ੍ਰੇਸ਼ਟ ਆਤਮਾਵਾਂ ਹੋ। ਕਦੇ ਵੀ ਉਤਸ਼ਾਹ ਘੱਟ ਨਹੀਂ ਹੋਣਾ ਚਾਹੀਦਾ। ਪਹਿਲੇ ਵੀ ਸੁਣਾਇਆ ਸੀ ਬ੍ਰਾਹਮਣ ਜੀਵਨ ਦਾ ਸਾਹ ਹੈ ਉਮੰਗ ਉਤਸ਼ਾਹ। ਜੇਕਰ ਸਾਹ ਚਲਾ ਜਾਵੇ ਤਾਂ ਜੀਵਨ ਸੈਕਿੰਡ ਵਿੱਚ ਖਤਮ ਹੋ ਜਾਏਗੀ ਨਾ। ਤਾਂ ਬ੍ਰਾਹਮਣ ਜੀਵਨ ਵਿੱਚ ਜੇਕਰ ਉਮੰਗ ਉਤਸ਼ਾਹ ਦਾ ਸਾਹ ਨਹੀਂ ਤਾਂ ਬ੍ਰਾਹਮਣ ਜੀਵਨ ਨਹੀਂ। ਸੋ ਸਦਾ ਉਮੰਗ ਉਤਸ਼ਾਹ ਵਿੱਚ ਹੋਵੇਗਾ। ਉਹ ਫਲਕ ਨਾਲ ਕਹੇਗਾ ਕਿ ਬ੍ਰਾਹਮਣ ਹੈ ਹੀ ਉਤਸ਼ਾਹ ਉਮੰਗ ਦੇ ਲਈ। ਅਤੇ ਜਿਸ ਦਾ ਉਮੰਗ ਉਤਸ਼ਾਹ ਘੱਟ ਹੋ ਜਾਂਦਾ ਹੈ ਉਸ ਦੇ ਬੋਲ ਹੀ ਬਦਲ ਜਾਂਦੇ ਹੈ। ਉਹ ਕਹੇਗਾ ਹੈ ਤਾਂ ਸਹੀ ਹੋਣਾ ਤਾਂ ਚਾਹੀਦਾ ਹੋ ਜਾਏਗਾ। ਤਾਂ ਇਸ ਭਾਸ਼ਾ ਅਤੇ ਉਸ ਭਾਸ਼ਾ ਵਿੱਚ ਕਿੰਨਾ ਫਰਕ ਹੈ। ਉਸ ਦੇ ਹਰ ਬੋਲ ਵਿੱਚ ਤਾਂ ਜ਼ਰੂਰ ਹੋਵੇਗਾ ਹੋਣਾ ਤਾਂ ਚਾਹੀਦਾ। ਤਾਂ ਇਹ ਜੋ ਤਾਂ ਹੁੰਦਾ ਹੈ ਨਾ ਇਹ ਉਮੰਗ ਉਤਸ਼ਾਹ ਦਾ ਪ੍ਰੈਸ਼ਰ ਘੱਟ ਹੋਣ ਤੇ ਹੀ ਅਜਿਹੇ ਬੋਲ ਕਮਜ਼ੋਰੀ ਦੇ ਬੋਲ ਨਿਕਲਦੇ ਹੈ। ਤਾਂ ਉਮੰਗ ਉਤਸ਼ਾਹ ਕਦੇ ਘੱਟ ਹੋਣਾ ਨਹੀਂ ਚਾਹੀਦਾ। ਉਮੰਗ ਉਤਸ਼ਾਹ ਘੱਟ ਕਿਉਂ ਹੁੰਦਾ ਹੈ? ਬਾਪ ਦਾਦਾ ਕਹਿੰਦੇ ਹੈ ਸਦਾ ਬਾਬਾ ਕਹੋ ਅਤੇ ਕਹਿੰਦੇ ਹੈ ਵਾਏ ਵਾਏ ਕਿਉਂ ਕਿਉਂ
ਜੇਕਰ ਕੋਈ ਵੀ ਪਰਿਸਥਿਤੀ ਵਿੱਚ ਵਾਏ ਸ਼ਬਦ ਆ ਜਾਂਦਾ ਹੈ ਤਾਂ ਉਮੰਗ ਉਤਸ਼ਾਹ ਦਾ ਪ੍ਰੈਸ਼ਰ ਘੱਟ ਹੋ ਜਾਂਦਾ ਹੈ। ਬਾਪ ਦਾਦਾ ਨੇ ਅਗਲੇ ਸਾਲ ਵੀ ਵਿਸ਼ੇਸ਼ ਡਬਲ ਫੋਰਨਰਸ ਨੂੰ ਕਿਹਾ ਸੀ ਕਿ ਵਾਏ ਸ਼ਬਦ ਨੂੰ ਬ੍ਰਾਹਮਣ ਡਿਕਸ਼ਨਰੀ ਵਿੱਚ ਚੇਂਜ ਕਰੋ। ਜਦੋਂ ਕੋਈ ਵਾਏ ਸ਼ਬਦ ਆਏ ਤਾਂ ਫਲਾਏ ਸ਼ਬਦ ਯਾਦ ਰੱਖੋ ਤਾਂ ਵਾਏ ਖਤਮ ਹੋ ਜਾਏਗਾ। ਕੋਈ ਵੀ ਪਰਿਸਥਿਤੀ ਛੋਟੀ ਜਾਂ ਵੱਡੀ ਲੱਗਦੀ ਹੈ ਤਾਂ ਵਾਏ ਸ਼ਬਦ ਆਉਂਦਾ ਹੈ, ਇਹ ਕਿਉਂ, ਇਹ ਕੀ, ਅਤੇ ਫਲਾਏ ਕਰ ਲਓ ਤਾਂ ਪਰਿਸਥਿਤੀ ਕੀ ਹੋਵੇਗੀ, ਛੋਟਾ ਜਿਹਾ ਖਿਡੌਣਾ। ਤਾਂ ਜਦੋਂ ਵੀ ਵਾਏ ਸ਼ਬਦ ਮਨ ਦੇ ਵਿੱਚ ਆਏ ਤਾਂ ਕਹੋ ਬ੍ਰਾਹਮਣ ਡਿਕਸ਼ਨਰੀ ਵਿੱਚ ਵਾਏ ਸ਼ਬਦ ਨਹੀਂ ਹੈ, ਫਲਾਏ ਹੈ, ਕਿਉਂਕਿ ਵਾਏ ਵਾਏ ਹਾਏ ਹਾਏ ਕਰਵਾ ਦਿੰਦਾ ਹੈ। ਬਾਪ ਦਾਦਾ ਨੂੰ ਹੱਸੀ ਵੀ ਆਉਂਦੀ ਹੈ। ਇੱਕ ਪਾਸੇ ਕਹਿਣਗੇ ਨਹੀਂ, ਸਾਡੇ ਜਿਹਾ ਸ੍ਰੇਸ਼ਟ ਭਾਗ ਕਿਸੇ ਦਾ ਨਹੀਂ ਹੈ। ਹੁਣੇ ਹੁਣੇ ਇਹ ਕਹਿਣਗੇ ਅਤੇ ਹੁਣੇ ਹੁਣੇ ਉਤਸ਼ਾਹ ਘੱਟ ਹੋਇਆ ਤਾਂ ਕਹਿਣਗੇ ਪਤਾ ਨਹੀਂ, ਮੇਰਾ ਭਾਗ ਹੀ ਅਜਿਹਾ ਹੈ, ਮੇਰਾ ਭਾਗ ਵਿੱਚ ਇਤਨਾ ਹੀ ਹੈ, ਤਾਂ ਹਾਏ ਹਾਏ ਹੋ ਗਿਆ ਨਾ। ਤਾਂ ਜਦੋਂ ਵੀ ਹਾਏ ਹਾਏ ਦਾ ਨਜ਼ਾਰਾ ਆਵੇ ਤਾਂ ਵਾਹ ਵਾਹ ਕਰ ਲਓ ਤਾਂ ਨਜ਼ਾਰਾ ਵੀ ਬਦਲ ਜਾਏਗਾ ਅਤੇ ਤੁਸੀਂ ਵੀ ਬਦਲ ਜਾਓਗੇ। ਡਬਲ ਵਿਦੇਸ਼ੀ ਅੱਜ ਕੱਲ੍ਹ ਪੋਜ਼ਿਟਿਵ ਥਿੰਕਿੰਗ ਦਾ ਕੋਰਸ ਕਰਦੇ ਹੈ ਨਾ, ਸਾਰੇ ਵਿਦੇਸ਼ ਵਿੱਚ ਵਿਸ਼ਵ ਕੋਰਸ, ਇਹ ਵਿਸ਼ੇਸ਼ ਕੋਰਸ ਇਹ ਕਰਵਾਉਂਦੇ ਹੈ। ਤਾਂ ਖੁਦ ਨੂੰ ਵੀ ਕਰਵਾਉਂਦੇ ਹੈ ਜਾਂ ਦੂਜਿਆਂ ਨੂੰ ਹੀ ਕਰਵਾਉਂਦੇ ਹੈ। ਜਿਸ ਵੇਲੇ ਕੋਈ ਅਜਿਹੀ ਪਰਿਸਥਿਤੀ ਆ ਜਾਵੇ ਤਾਂ ਖੁਦ ਨੂੰ ਹੀ ਸਟੂਡੈਂਟ ਬਣ ਕੇ, ਖੁਦ ਨੂੰ ਹੀ ਟੀਚਰ ਬਣ ਕਰਕੇ ਆਪਣੇ ਨੂੰ ਇਹ ਕੋਰਸ ਕਰਵਾਓ। ਖੁਦ ਨੂੰ ਕਰਵਾ ਸਕਦੇ ਹੋ ਜਾਂ ਸਿਰਫ ਦੂਜਿਆਂ ਨੂੰ ਕਰਵਾ ਸਕਦੇ ਹੋ। ਦੂਜਿਆਂ ਨੂੰ ਕਰਵਾਉਣਾ ਸਹਿਜ ਹੈ ਜਦੋਂ ਇਹ ਨੈਚੁਰਲ ਸਥਿਤੀ ਹੋ ਜਾਏ ਕਿ ਹਰ ਵਿਅਕਤੀ ਨੂੰ ਗੱਲ ਨੂੰ ਪੋਜ਼ਿਟਿਵ ਰੀਤੀ ਨਾਲ ਵੇਖੋ, ਸੁਣੋ ਜਾਂ ਸੋਚੋ ਤਾਂ ਕਿਉਂ ਦੀ ਸਥਿਤੀ ਰਹੇਗੀ। ਅੱਜ ਕੱਲ੍ਹ ਤੇ ਸਾਇੰਸ ਦੁਆਰਾ ਵੀ ਅਜਿਹੇ ਸਾਧਨ ਨਿਕਲੇ ਹੈ ਜੋ ਰਫ ਮਾਲ ਨੂੰ ਵੀ ਬਹੁਤ ਵਧੀਆ ਰੂਪ ਵਿੱਚ ਬਦਲ ਦਿੰਦੇ ਹੈ। ਦੇਖਿਆ ਹੈ ਨਾ ਕਿ ਤੋਂ ਕੀ ਬਣਾ ਦਿੰਦੇ ਹੈ। ਤਾਂ ਤੁਹਾਡੀ ਵ੍ਰਿਤੀ ਕੀ ਅਜਿਹੇ ਪਰਿਵਰਤਨ ਨਹੀਂ ਕਰ ਸਕਦੀ? ਆਵੇ ਨੈਗੇਟਿਵ ਰੂਪ ਵਿੱਚ, ਲੇਕਿਨ ਤੁਸੀਂ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਵ੍ਰਿਤੀ ਨਾਲ ਬਦਲ ਦੇਵੋ। ਜੇਕਰ ਹਲਚਲ ਵਿੱਚ ਆਉਂਦੇ ਹੋ ਤਾਂ ਉਸ ਦਾ ਕਾਰਨ ਹੈ ਨੈਗੇਟਿਵ ਸੁਣਨਾ, ਸੋਚਣਾ ਅਤੇ ਬੋਲਣਾ ਜਾਂ ਕਰਨਾ। ਇਹ ਮਾਡਲ ਬਣਾਉਂਦੇ ਹੋ ਨਾ ਸੋਚੋ, ਨਾ ਦੇਖੋ, ਨਾ ਬੋਲੋ, ਨਾ ਕਰੋ। ਸਾਇਲੈਂਸ ਦੀ ਪਾਵਰ ਕੀ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਨਹੀਂ ਬਦਲ ਸਕਦੀ? ਤੁਹਾਡਾ ਮਨ ਅਤੇ ਬੁੱਧੀ ਅਜਿਹਾ ਬਣ ਜਾਵੇ ਜੋ ਨੈਗੇਟਿਵ ਟੱਚ ਨਹੀਂ ਕਰੇ, ਸੈਕਿੰਡ ਵਿੱਚ ਪਰਿਵਰਤਨ ਹੋ ਜਾਵੇ। ਇਵੇਂ ਤਿਵੇਂ ਗਤੀ ਦੀ ਅਨੁਭੂਤੀ ਕਰ ਸਕਦੇ ਹੋ। ਮਨ ਅਤੇ ਬੁੱਧੀ ਅਜਿਹੇ ਤੀਵਰ ਗਤੀ ਦਾ ਜੰਤਰ ਬਣ ਸਕਦਾ ਹੈ ਜਾਂ ਸਮਾਂ ਲੱਗੇਗਾ। ਕਿ ਨੈਗੇਟਿਵ ਗੱਲ ਆਵੇਗੀ ਤਾਂ ਕਹਿਣਗੇ ਕਿ ਥੋੜਾ ਸੋਚਣ ਦਾ ਦੋ, ਵੇਖਿਆ ਤਾਂ ਸਹੀ ਕੀ ਹੈ। ਕੁਇਕ ਸਵੀਟ ਨਾਲ ਪਰਿਵਰਤਨ ਹੋ ਜਾਏ, ਇਸ ਨੂੰ ਕਿਹਾ ਜਾਂਦਾ ਹੈ ਬ੍ਰਾਹਮਣ ਜੀਵਨ ਦਾ ਮਜ਼ਾ, ਮੌਜ। ਜੇਕਰ ਜਿਉਣਾ ਹੈ ਤਾਂ ਮੌਜ ਨਾਲ ਜੀਓ। ਸੋਚ ਕੇ ਜੀਣਾ ਉਹ ਜਿਉਣਾ ਨਹੀਂ ਹੈ। ਤੁਸੀਂ ਲੋਕ ਹੋਰਨਾਂ ਨੂੰ ਕਹਿੰਦੇ ਹੋ ਕਿ ਰਾਜਯੋਗ ਜਿਉਣ ਦੀ ਕਲਾ ਹੈ, ਤਾਂ ਤੁਸੀਂ ਲੋਕ ਰਾਜਯੋਗੀ ਜੀਵਨ ਵਾਲੇ ਹੋ ਨਾ, ਕਿ ਕਹਿਣ ਵਾਲੇ ਹੋ। ਜਦ ਰਾਜਯੋਗ ਜਿਉਣ ਦੀ ਕਲਾ ਹੈ ਤਾਂ ਰਾਜਯੋਗੀਆਂ ਦੀ ਕਲਾ ਕੀ ਹੈ? ਇਹੀ ਹੈ ਨਾ। ਤਾਂ ਉਤਸਵ ਮਨਾਉਣਾ ਮਤਲਬ ਮੌਜ ਵਿੱਚ ਰਹਿਣਾ, ਮਨ ਦੀ ਮੌਜ ਵਿੱਚ, ਤਨ ਦੀ ਮੌਜ ਵਿੱਚ, ਸੰਬੰਧ ਸੰਪਰਕ ਦੀ ਮੌਜ ਵਿੱਚ। ਕਈ ਬੱਚੇ ਕਹਿੰਦੇ ਹੈ ਆਪਣੇ ਤਰੀਕੇ ਨਾਲ ਤਾਂ ਠੀਕ ਰਹਿੰਦੇ ਹੈ, ਆਪਣੀ ਮੌਜ ਵਿੱਚ ਰਹਿੰਦੇ ਹਾਂ, ਲੇਕਿਨ ਸੰਬੰਧ ਸੰਪਰਕ ਵਿੱਚ ਮੌਜ ਵਿੱਚ ਰਹਿਣਾ ਇਹ ਕਦੇ ਕਦੇ ਹੁੰਦਾ ਹੈ। ਲੇਕਿਨ ਸੰਬੰਧ ਸੰਪਰਕ ਵੀ ਤੁਹਾਡੀ ਸਥਿਤੀ ਦਾ ਪੇਪਰ ਹੈ। ਜੇਕਰ ਸਟੂਡੈਂਟ ਕਹਿਣ ਉਵੇਂ ਤਾਂ ਮੈਂ ਪਾਸ ਵਿਦ ਆਨਰ ਹਾਂ, ਲੇਕਿਨ ਪੇਪਰ ਦੇ ਵੇਲੇ ਮਾਰਕਸ ਘੱਟ ਹੋ ਜਾਂਦੇ ਹੈ, ਤਾਂ ਅਜਿਹੇ ਨੂੰ ਕੀ ਕਹਾਂਗੇ? ਤਾਂ ਅਜਿਹੇ ਤੇ ਨਹੀਂ ਹੈ ਨਾ, ਫੁੱਲ ਪਾਸ ਹੋਣ ਵਾਲੇ ਹੋ ਨਾ। ਬਾਪ ਦਾਦਾ ਨੇ ਸੁਣਾਇਆ ਹੈ ਕਿ ਜਦੋਂ ਸਦਾ ਬਾਪ ਦੇ ਕੋਲ ਰਹਿੰਦੇ ਹੈ ਉਹ ਪਾਸ ਹੈ, ਪਾਸ ਨਹੀਂ ਰਹਿੰਦੇ ਤਾਂ ਪਾਸ ਨਹੀਂ ਹੈ। ਤਾਂ ਸਦਾ ਕਿੱਥੇ ਰਹਿੰਦੇ ਹੋ? ਦੂਰ ਰਹਿੰਦੇ ਹੋ
ਪਾਸ ਨਹੀਂ ਰਹਿੰਦੇ ਹੋ, ਡਬਲ ਵਿਦੇਸ਼ੀਆਂ ਨੂੰ ਤਾਂ ਡਬਲ ਪਾਸ ਹੋਣਾ ਚਾਹੀਦਾ ਹੈ ਨਾ। ਅੱਛਾ, ਤਾਂ ਡਬਲ ਵਿਦੇਸ਼ੀਆਂ ਨੇ ਇਸ ਵਾਰੀ ਹਾਈ ਜੰਪ ਲਗਾ ਦਿੱਤੀ ਹੈ, ਮਧੂਬਨ ਵਿੱਚ ਹਾਈ ਜੰਪ ਲਗਾ ਕੇ ਪਹੁੰਚ ਗਏ ਹੈ। ਇਸ ਵਾਰੀ ਹਰ ਬਰੇ ਤੋਂ ਜ਼ਿਆਦਾ ਗਿਣਤੀ ਵਿੱਚ ਡਬਲ ਵਿਦੇਸ਼ੀ ਮਧੂਬਨ ਪਹੁੰਚੇ ਹੈ। ਅੱਛਾ, ਡਬਲ ਵਿਦੇਸ਼ੀਆਂ ਨੂੰ ਵੀ ਕਈਆਂ ਨੂੰ ਪਟਰਾਣੀ ਬਣਾਉਣ ਦਾ ਚਾਂਸ ਤੇ ਚੰਗਾ ਮਿਲਿਆ ਹੈ। ਪਟਰਾਣੀ ਬਣਨ ਵਿੱਚ ਮਜ਼ਾ ਹੈ ਨਾ, ਜਾਂ ਨਹੀਂ? ਤੁਸੀਂ ਲੋਕਾਂ ਦੀ ਤਾਂ ਅਟੈਚੀ ਇਤਨੀ ਹੈ ਜੋ ਉਸ ਦੇ ਹੀ ਸੋਚ ਸਕਦੇ ਹੋ, ਕਿਉਂਕਿ ਇੱਕ ਵੱਡੀ ਲਿਆਂਦੇ ਹੋਇਆ, ਇੱਕ ਛੋਟੀ ਲਿਆਂਦੇ ਹੈ, ਤਾਂ ਛੋਟੀ ਨੂੰ ਤਕੀਆ ਬਣਾਓ, ਜਗ੍ਹਾ ਬਚ ਜਾਏਗੀ ਨਾ। ਚੰਗਾ ਲੱਗਦਾ ਹੈ। ਬਾਪ ਦਾਦਾ ਸੀਨ ਵੇਖਦੇ ਹੈ ਕਿਵੇਂ ਭਾਰੀ ਭਾਰੀ ਟੈਚੀਆਂ ਘਸੀਟ ਕੇ ਲਿਆ ਰਹੇ ਹੈ। ਚੰਗੀ ਸੀਨ ਲੱਗਦੀ ਹੈ ਨਾ। ਸੰਗਮ ਤੇ ਇਹ ਮਿਹਨਤ ਵੀ ਥੋੜੇ ਸਮੇਂ ਦੀ ਹੈ, ਫਿਰ ਤਾਂ ਪ੍ਰਕਿਰਤੀ ਵੀ ਤੁਹਾਡੀ ਦਾਸੀ ਹੋਵੇਗੀ, ਤਾਂ ਦਾਸੀ ਵੀ ਬਹੁਤ ਹੋਣਗੀਆਂ। ਫਿਰ ਤੁਹਾਨੂੰ ਸਮਾਨ ਉਠਾਉਣ ਦੀ ਲੋੜ ਨਹੀਂ। ਹੁਣ ਆਪਣਾ ਸਵਰਾਜ ਸਥਾਪਨ ਹੋ ਰਿਹਾ ਹੈ। ਇਸ ਸਮੇਂ ਗੁਪਤ ਵੇਸ਼ ਵਿੱਚ ਹੀ ਸੇਵਾਧਾਰੀ ਹੈ। ਫਿਰ ਰਾਜ ਅਧਿਕਾਰੀ ਬਣੋਗੇ ਤਾਂ ਸੇਵਾਧਾਰੀਆਂ ਨੂੰ ਤਾਂ ਸਭ ਤਰ੍ਹਾਂ ਦੀ ਸੇਵਾ ਕਰਨੀ ਪੈਂਦੀ ਹੈ। ਜਿੰਨੀ ਹੁਣ ਤਨ ਮਨ ਧਨ ਅਤੇ ਸੰਪਰਕ ਨਾਲ ਸੇਵਾ ਕਰਦੇ ਹੋ, ਉਤਨੇ ਹੀ ਉੱਥੇ ਸੇਵਾਧਾਰੀ ਮਿਲਣਗੇ। ਸਭ ਤੋਂ ਪਹਿਲਾਂ ਇਸ ਪ੍ਰਕਿਰਤੀ ਦੇ ਪੰਜ ਹੀ ਤੱਤਵ ਤੁਹਾਡੇ ਸੇਵਾਧਾਰੀ ਬਣਨਗੇ। ਆਪਣਾ ਰਾਜ ਭਾਗ ਸਮ੍ਰਿਤੀ ਵਿੱਚ ਹੈ ਨਾ। ਕਿੰਨੀ ਵਾਰੀ ਰਾਜ ਅਧਿਕਾਰੀ ਬਣੇ ਹੈ, ਅਣਗਿਣਤ ਵਾਰ ਬਣੇ ਹੈ ਅਤੇ ਬਣਦੇ ਹੀ ਰਹਿਣਗੇ। ਪਰ ਰਾਜ ਅਧਿਕਾਰੀ ਤੋਂ ਹੀ ਹੁਣ ਦਾ ਸੇਵਾਧਾਰੀ ਜੀਵਨ ਸ੍ਰੇਸ਼ਟ ਹੈ, ਕਿਉਂਕਿ ਹੁਣ ਬਾਪ ਅਤੇ ਬੱਚਿਆਂ ਦਾ ਸਾਥ ਹੈ। ਭਾਵੇਂ ਕਿਸੇ ਵੀ ਕਿਸਮ ਦੀ ਸੇਵਾ ਹੈ, ਪਰ ਸੇਵਾ ਦਾ ਪ੍ਰਤੱਖ ਫਲ ਹੁਣ ਮਿਲਦਾ ਹੈ। ਬਾਪ ਦਾ ਸਨੇਹ, ਸਹਿਯੋਗ ਅਤੇ ਬਾਪ ਦੁਆਰਾ ਮਿਲੇ ਹੋਏ ਖਜ਼ਾਨੇ ਪ੍ਰਤੱਖ ਫਲ ਦੇ ਰੂਪ ਵਿੱਚ ਮਿਲਦੇ ਹੈ। ਜਦੋਂ ਵੀ ਕੋਈ ਵਿਸ਼ੇਸ਼ ਸੇਵਾ ਕਰਦੇ ਹੈ ਅਤੇ ਯੁਕਤ ਸੇਵਾ ਕਰਦੇ ਹੋ ਤਾਂ ਕਿੰਨੀ ਖੁਸ਼ੀ ਹੁੰਦੀ ਹੈ। ਉਸ ਸਮੇਂ ਦੇ ਚਿਹਰੇ ਦਾ ਫੋਟੋ ਨਿਕਾਲੋ ਤਾਂ ਕਿਵੇਂ ਹੁੰਦਾ ਹੈ। ਤਾਂ ਇੱਕ ਪਾਸੇ ਸੇਵਾ ਕਰਦੇ ਹੋ, ਦੂਸਰੇ ਪਾਸੇ ਪ੍ਰਤੱਖ ਫਲ ਤੁਹਾਡੇ ਲਈ ਸਦਾ ਤਿਆਰ ਹੈ ਹੀ ਹੈ। ਇੱਕ ਹੱਥ ਨਾਲ ਸੇਵਾ ਕਰੋ, ਦੂਸਰੇ ਹੱਥ ਨਾਲ ਫਲ ਖਾਓ। ਇਵੇਂ ਅਨੁਭਵ ਹੁੰਦਾ ਹੈ ਕਿ ਸੇਵਾ ਵਿੱਚ ਬੜੀ ਮਿਹਨਤ ਹੈ। ਸੇਵਾ ਵਿੱਚ ਹਲਚਲ ਹੁੰਦੀ ਹੈ ਜਾਂ ਨਹੀਂ? ਕਦੀ ਕਦੀ ਹੁੰਦੀ ਹੈ। ਇਹ ਹਲਚਲ ਹੀ ਪਰਿਪੱਕ ਬਣਾਉਂਦੀ ਹੈ, ਅਨੁਭਵੀ ਬਣਾਉਂਦੀ ਹੈ। ਹਲਚਲ ਵਿੱਚ ਇਸ ਲਈ ਆਉਂਦੇ ਹੋ ਜੋ ਸਿਰਫ ਵਰਤਮਾਨ ਨੂੰ ਦੇਖਦੇ ਹੈ, ਪਰ ਵਰਤਮਾਨ ਵਿੱਚ ਛਿਪਿਆ ਹੋਇਆ ਭਵਿੱਖ ਜੋ ਹੈ ਉਹ ਸਪਸ਼ਟ ਦਿਖਾਈ ਦਿੰਦਾ ਹੈ। ਇਸ ਲਈ ਹਲਚਲ ਵਿੱਚ ਆ ਜਾਂਦੇ ਹੈ। ਕੋਈ ਵੀ ਵੱਡੀ ਤੋਂ ਵੱਡੀ ਨਾਜ਼ੁਕ ਪਰਿਸਥਿਤੀ ਅਸਲ ਵਿੱਚ ਅੱਗੇ ਦੇ ਲਈ ਬਹੁਤ ਵੱਡਾ ਪਾਠ ਪੜ੍ਹਾਉਂਦੀ ਹੈ। ਪਰਿਸਥਿਤੀ ਨਹੀਂ ਹੈ, ਪਰ ਉਹ ਉੜਦੀ ਤੁਹਾਡੀ ਟੀਚਰ ਹੈ। ਉਸ ਨਜ਼ਰ ਨਾਲ ਦੇਖੋ ਕਿ ਇਸ ਪਰਿਸਥਿਤੀ ਨੇ ਕੀ ਪਾਠ ਪੜ੍ਹਾਇਆ। ਇਸ ਨੂੰ ਕਿਹਾ ਜਾਂਦਾ ਹੈ ਨੈਗੇਟਿਵ ਨੂੰ ਪੋਜ਼ਿਟਿਵ ਵਿੱਚ ਪਰਿਵਰਤਨ ਕਰਨਾ। ਸਿਰਫ ਪਰਿਸਥਿਤੀ ਨੂੰ ਦੇਖਦੇ ਹੈ ਤਾਂ ਘਬਰਾ ਜਾਂਦੇ ਹੈ ਅਤੇ ਪਰਿਸਥਿਤੀ ਮਾਇਆ ਦੁਆਰਾ ਸਦਾ ਨਵੇਂ ਰੂਪ ਵਿੱਚ ਆਏਗੀ। ਉਵੇਂ ਹੀ ਨਹੀਂ ਆਏਗੀ ਜਿਸ ਰੂਪ ਵਿੱਚ ਆ ਚੁੱਕੀ ਹੈ, ਉਸ ਰੂਪ ਵਿੱਚ ਨਹੀਂ ਆਏਗੀ, ਨਵੇਂ ਰੂਪ ਵਿੱਚ ਆਏਗੀ। ਤਾਂ ਉਸ ਵਿੱਚ ਘਬਰਾ ਜਾਂਦੇ ਹੈ। ਇਹ ਤੇ ਨਵੀਂ ਗੱਲ ਹੈ, ਇਹ ਤੇ ਹੁੰਦਾ ਨਹੀਂ ਹੈ, ਇਹ ਤੇ ਹੋਣਾ ਨਹੀਂ ਚਾਹੀਦਾ। ਪਰ ਸਮਝ ਲਓ ਕਿ ਮਾਇਆ ਅੰਤ ਤੱਕ ਬਹੁਰੂਪ ਦਿਖਾਏਗੀ। ਮਾਇਆ ਨੂੰ ਬਹੁਰੂਪੀ ਬਣਾਉਣਾ ਬਹੁਤ ਜਲਦੀ ਅਤੇ ਚੰਗਾ ਆਉਂਦਾ ਹੈ। ਜਿਵੇਂ ਤੁਹਾਡੀ ਸਥਿਤੀ ਹੋਵੇਗੀ ਤਾਂ ਉਵੇਂ ਪਰਿਸਥਿਤੀ ਬਦਲਦੀ ਜਾਏਗੀ। ਅੱਜ ਸਮਝੋ ਤੁਸੀਂ ਤੁਹਾਡੇ ਜਿਹੇ ਅਲਵੇਲਾ ਜੀਵਨ ਵਿੱਚ ਹੈ ਤਾਂ ਮਾਇਆ ਵੀ ਉਸ ਅਲਵੇਲੇ ਪਰਿਸਥਿਤੀ ਦੇ ਰੂਪ ਵਿੱਚ ਆਏਗੀ। ਅੱਜ ਮੂਡ ਥੋੜੀ ਆਫ ਹੈ, ਜਿਵੇਂ ਦੀ ਹੋਣੀ ਚਾਹੀਦੀ ਹੈ ਉਵੇਂ ਦੀ ਨਹੀਂ ਹੈ, ਤਾਂ ਮੂਡ ਆਫ ਦੀ ਪਰਿਸਥਿਤੀ ਦੇ ਰੂਪ ਵਿੱਚ ਹੀ ਆਏਗੀ। ਫਿਰ ਸੋਚਦੇ ਹੈ ਕਿ ਪਹਿਲੇ ਹੀ ਮੈਂ ਸੋਚ ਰਹੀ ਸੀ ਕਿ ਫਿਰ ਇਹ ਕੀ ਹੋਇਆ। ਇਸ ਲਈ ਮਾਇਆ ਨੂੰ ਦੇਖਣ ਦੇ ਲਈ, ਜਾਣਨ ਦੇ ਲਈ ਤ੍ਰਿਕਾਲਦਰਸ਼ੀ ਅਤੇ ਤ੍ਰਿਨੇਤਰੀ ਬਣੋ। ਅੱਗੇ ਪਿੱਛੇ ਸਾਹਮਣੇ ਤ੍ਰਿਨੇਤਰੀ ਬਣੋ। ਤੁਸੀਂ ਸਭ ਤ੍ਰਿਨੇਤਰੀ ਅਤੇ ਤ੍ਰਿਕਾਲਦਰਸ਼ੀ ਹੋ ਨਾ। ਡਬਲ ਫੋਰਨਰਸ ਤ੍ਰਿਕਾਲਦਰਸ਼ੀ ਹੈ। ਯੈਸ ਜਾਂ ਨੋ? ਸਭ ਬੋਲੇ ਹਾਂਜੀ, ਹਾਂ।
ਹਾਂਜੀ ਜਾਂ ਨਾ ਜੀ, ਹਾਂਜੀ। ਆਪਣੀ ਭਾਸ਼ਾ ਨਾਲ ਤੇ ਇਹ ਚੰਗਾ ਬੋਲਦੇ ਹੈ, ਸਭ ਖੁਸ਼ ਹੈ, ਹਾਂਜੀ। ਇੰਨੇ ਵੱਡੇ ਸੰਗਠਨ ਵਿੱਚ ਮਜ਼ਾ ਆ ਰਿਹਾ ਹੈ, ਹਾਂਜੀ। ਕੋਈ ਇਹ ਤੇ ਨਹੀਂ ਸੋਚ ਰਿਹਾ ਕਿ ਅਗਲੇ ਵਰ੍ਹੇ ਭੀੜ ਵਿੱਚ ਨਹੀਂ ਆਵਾਂਗਾ, ਥੋੜਾ ਪਿੱਛੇ ਆਵਾਂਗਾ, ਸੰਗਠਨ ਦਾ ਮਜ਼ਾ ਵੀ ਪਿਆਰ ਹੈ। ਉਵੇਂ ਆਉਣ ਦਾ ਪ੍ਰੋਗਰਾਮ ਪ੍ਰਮਾਣ ਹੀ ਜ਼ਿਆਦਾ ਨਹੀਂ ਆਉਣਾ, ਪਰ ਆਦਤ ਇਵੇਂ ਦੀ ਹੋਣੀ ਚਾਹੀਦੀ ਹੈ ਜੋ ਸਭ ਵਿੱਚ ਐਡਜਸਟ ਕਰ ਸਕਣ। ਐਡਜਸਟ ਕਰਨ ਦੀ ਪਾਵਰ ਸਦਾ ਵਿਜੇ ਬਣਾ ਦਿੰਦੀ ਹੈ। ਬ੍ਰਾਹਮਣ ਬਾਪ ਨੂੰ ਦੇਖਿਆ ਤਾਂ ਬੱਚਿਆਂ ਨਾਲ ਬੱਚਾ ਬਣ ਕੇ ਐਡਜਸਟ ਹੋ ਜਾਂਦਾ, ਵੱਡੇ ਨਾਲ ਵੱਡਾ ਬਣ ਕੇ ਐਡਜਸਟ ਹੋ ਜਾਂਦਾ। ਭਾਵੇਂ ਬੇਗਰੀ ਲਾਈਫ, ਭਾਵੇਂ ਸਾਧਨਾ ਦੀ ਲਾਈਫ, ਦੋਵਾਂ ਵਿੱਚ ਐਡਜਸਟ ਹੋਣਾ ਅਤੇ ਖੁਸ਼ੀ ਨਾਲ ਹੋਣਾ ਸੋਚ ਕੇ ਨਹੀਂ। ਇੱਥੇ ਦੁਖੀ ਤੇ ਨਹੀਂ ਹੁੰਦੇ ਹੈ, ਪਰ ਖੁਸ਼ੀ ਦੀ ਬਜਾਏ ਥੋੜਾ ਸਮਾਂ ਸੋਚ ਵਿੱਚ ਪੈ ਜਾਂਦੇ ਹੈ। ਇਹ ਕੀ ਹੋਇਆ, ਕਿਵੇਂ ਹੋਇਆ? ਤਾਂ ਸੋਚਣ ਵਾਲੇ ਨੂੰ ਐਡਜਸਟ ਹੋਣ ਤੇ ਮਜ਼ੇ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ। ਆਪਣੇ ਨੂੰ ਚੈੱਕ ਕਰੋ ਕਿ ਕਿਵੇਂ ਦੀ ਵੀ ਪਰਿਸਥਿਤੀ ਹੋਵੇ, ਭਾਵੇਂ ਵਧੀਆ ਹੋਵੇ, ਭਾਵੇਂ ਹਿਲਾਉਣ ਵਾਲੀ ਹੋਵੇ, ਪਰ ਹਰ ਸਮੇਂ ਹਰ ਸਰਕਮਸਟੈਂਸਿਸ ਦੇ ਅੰਦਰ ਆਪਣੇ ਨੂੰ ਐਡਜਸਟ ਕਰ ਸਕਦੇ ਹੈ। ਡਬਲ ਫਾਰਨਰਸ ਨੂੰ ਇਕੱਲਾਪਨ ਵੀ ਚੰਗਾ ਲੱਗਦਾ ਹੈ ਅਤੇ ਕੰਪੇਨੀਅਨ ਵੀ ਬਹੁਤ ਚੰਗੇ ਲੱਗਦੇ ਹੈ। ਲੇਕਿਨ ਕੰਪਨੀ ਵਿੱਚ ਹੋਣ ਜਾਂ ਇਕੱਲੇ ਹੋਣ, ਦੋਵਾਂ ਵਿੱਚ ਐਡਜਸਟ ਹੋਣਾ, ਇਹ ਹੈ ਬ੍ਰਾਹਮਣ ਜੀਵਨ। ਇਵੇਂ ਨਹੀਂ ਸੰਗਠਨ ਹੋਵੇ ਜਾਂ ਮਾਥਾ ਭਾਰੀ ਹੋ ਜਾਵੇ, ਨਹੀਂ। ਮੈਨੂੰ ਏਕਤਾ ਚਾਹੀਦਾ, ਇਕਾਂਤ ਚਾਹੀਦਾ ਹੈ, ਇਹ ਘਮਸਾਣ ਵਿੱਚ ਨਹੀਂ। ਮੈਨੂੰ ਇਕੱਲਾ ਚਾਹੀਦਾ ਹੈ। ਮਨ ਇਕੱਲਾ ਮਤਲਬ ਬਾਹਰ ਮੁਕਤਾ ਨਹੀਂ, ਅੰਦਰ ਮੁਕਤਾ ਵਿੱਚ ਚਲੇ ਜਾਓ ਤਾਂ ਇਕੱਲਾਪਨ ਹੈ। ਕੋਈ ਕਹਿੰਦੇ ਹੈ ਨਾ, ਇਕੱਲਾ ਕਮਰਾ ਚਾਹੀਦਾ ਹੈ, ਦੋ ਵੀ ਨਹੀਂ ਚਾਹੀਦੇ। ਇਕੱਲੇ ਮਿਲੇ ਤਾਂ ਵੀ ਮੌਜ ਨਾਲ ਸੋਵੋ, ਅਤੇ 10 ਦੇ ਵਿੱਚ ਸੋਣਾ ਹੋਵੇ ਤਾਂ ਮੌਜ ਨਾਲ ਸੋਵੋ। ਫੋਰਨਰ 10 ਦੇ ਵਿੱਚ ਸੋ ਸਕਦੇ ਹੈ? ਮੁਸ਼ਕਿਲ ਹੈ, ਸੋ ਸਕਦੇ ਹੈ, ਹਾਂਜੀ। ਅੱਛਾ, ਹੁਣ ਅਗਲੇ ਵਰੇ 20 ਨੂੰ ਸੁਆਵਾਂਗੇ। ਦੇਖੋ, ਸਮਾਂ ਬਦਲਦਾ ਰਹਿੰਦਾ ਹੈ ਅਤੇ ਬਦਲਦਾ ਰਹੇਗਾ। ਦੁਨੀਆ ਦੀ ਹਾਲਾਤ ਨਾਜ਼ੁਕ ਹੋ ਰਹੀ ਹੈ, ਹੋਰ ਵੀ ਹੋਵੇਗੀ, ਹੋਣੀ ਹੀ ਹੈ। ਹੁਣ ਸਿਰਫ ਇੱਕ ਸਥਾਨ ਤੇ ਵੱਖ-ਵੱਖ ਹੁੰਦੀ ਹੈ, ਆਖਿਰ ਵਿੱਚ ਸਭ ਪਾਸੇ ਇਕੱਠੀ ਹੋਵੇਗੀ ਤਾਂ ਨਾਜ਼ੁਕ ਸਮੇਂ ਤੇ ਆਉਣਾ ਹੀ ਹੈ। ਸਮਾਂ ਨਾਜ਼ੁਕ ਹੋਵੇ ਪਰ ਤੁਹਾਡੀ ਨੇਚਰ ਨਾਜ਼ੁਕ ਨਹੀਂ ਹੋਵੇ। ਕਈਆਂ ਦੀ ਨੇਚਰ ਬਹੁਤ ਨਾਜ਼ੁਕ ਹੁੰਦੀ ਹੈ ਨਾ, ਥੋੜਾ ਜਿਹਾ ਆਵਾਜ਼ ਹੋਇਆ, ਥੋੜਾ ਜਿਹਾ ਕੁਝ ਹੋਇਆ ਤਾਂ ਡਿਸਟਰਬ ਹੋ ਗਏ। ਇਸ ਨੂੰ ਨਾਜ਼ੁਕ ਸਥਿਤੀ, ਨਾਜ਼ੁਕ ਨੇਚਰ, ਤਾਂ ਨਾਜ਼ੁਕ ਨੇਚਰ ਨਹੀਂ ਹੋਵੇ। ਜਿਵੇਂ ਸਮਾਂ ਉਵੇਂ ਆਪਣੇ ਨੂੰ ਐਡਜਸਟ ਕਰ ਸਕੋ। ਇਹ ਅਭਿਆਸ ਅੱਗੇ ਚੱਲ ਕੇ ਤੁਹਾਡੇ ਬਹੁਤ ਕੰਮ ਆਵੇਗਾ, ਕਿਉਂਕਿ ਹਾਲਾਤ ਸਦਾ ਇੱਕ ਜਿਹੇ ਨਹੀਂ ਰਹਿਣੇ ਹੈ ਅਤੇ ਫਾਈਨਲ ਪੇਪਰ ਤੁਹਾਡੇ ਨਾਜ਼ੁਕ ਸਮੇਂ ਤੇ ਹੋਣਾ ਹੈ। ਆਰਾਮ ਤੇ ਸਮੇਂ ਨਹੀਂ ਹੋਣਾ ਹੈ, ਨਾਜ਼ੁਕ ਸਮੇਂ ਤੇ ਹੋਣਾ ਹੈ। ਤਾਂ ਜਿੰਨਾ ਹੁਣ ਤੋਂ ਆਪਣੇ ਨੂੰ ਐਡਜਸਟ ਕਰਨ ਦੀ ਸ਼ਕਤੀ ਹੋਵੇਗੀ ਤਾਂ ਨਾਜ਼ੁਕ ਸਮੇਂ ਤੇ ਪਾਸ ਵਿਦ ਆਨਰ ਹੋ ਸਕੋਗੇ। ਪੇਪਰ ਬਹੁਤ ਵਧੀਆ ਤਾਂ ਨਹੀਂ ਹੈ, ਪੇਪਰ ਤੇ ਬਹੁਤ ਥੋੜੇ ਸਮੇਂ ਦਾ ਹੈ, ਪਰ ਚਾਰੋਂ ਪਾਸੇ ਦੀ ਨਾਜ਼ੁਕ ਪਰਿਸਥਿਤੀਆਂ, ਉਹਨਾਂ ਦੇ ਵਿੱਚ ਪੇਪਰ ਦੇਣਾ ਹੈ। ਇਸ ਲਈ ਆਪਣੇ ਨੂੰ ਨੇਚਰ ਵਿੱਚ ਵੀ ਸ਼ਕਤੀਸ਼ਾਲੀ ਬਣਾਓ। ਕੀ ਕਰੀਏ, ਮੇਰੀ ਨੇਚਰ ਇਹ ਹੈ, ਮੇਰੀ ਆਦਤ ਹੀ ਇਵੇਂ ਦੀ ਹੈ, ਇਹ ਨਹੀਂ। ਇਸ ਨੂੰ ਨਾਜ਼ੁਕ ਨੇਚਰ ਕਿਹਾ ਜਾਂਦਾ ਹੈ। ਦੇਖੋ, ਬਾਪ ਦਾਦਾ ਨੇ ਸਥਾਪਨਾ ਦੇ ਆਦਿ ਵਿੱਚ ਸਭ ਅਨੁਭਵ ਕਰ ਲਿਆ। ਜਦੋਂ ਆਦਿ ਹੋਈ ਤਾਂ ਰਾਜਕੁਮਾਰ ਅਤੇ ਰਾਜਕੁਮਾਰੀਆਂ ਤੋਂ ਵੀ ਜ਼ਿਆਦਾ ਪੜ੍ਹਨਾ, ਸਾਧਨ, ਸਭ ਅਨੁਭਵ ਕਰਾਇਆ ਅਤੇ ਅੱਗੇ ਚੱਲ ਕੇ ਬੇਗਰੀ ਲਾਈਫ ਦਾ ਵੀ ਪੂਰਾ ਅਨੁਭਵ ਕਰਵਾਇਆ। ਤਾਂ ਜਿਨ੍ਹਾਂ ਨੇ ਦੋਵਾਂ ਨੂੰ ਅਨੁਭਵ ਕੀਤਾ, ਉਹਨਾਂ ਦੀ ਆਦਤ ਬਣ ਗਈ। ਤਾਂ ਤੁਸੀਂ ਲੋਕਾਂ ਦੇ ਅੱਗੇ ਤਾਂ ਅਜਿਹਾ ਸਮਾਂ ਆਇਆ ਨਹੀਂ ਹੈ, ਪਰ ਆਉਣਾ ਹੈ। ਜਿੱਥੇ ਵੀ ਰਹਿੰਦੇ ਹੋ ਸਭ ਹਿੱਲਣੇ ਹੈ, ਸਭ ਆਧਾਰ ਟੁੱਟਣੇ ਹੈ। ਤਾਂ ਅਜਿਹੇ ਟਾਈਮ ਤੇ ਕੀ ਚਾਹੀਦਾ ਹੈ? ਇੱਕ ਹੀ ਬਾਪ ਦਾ ਆਧਾਰ। ਤੁਸੀਂ ਲੋਕ ਤਾਂ ਬਹੁਤ ਲੱਕੀ ਹੋ ਜੋ ਆਉਣ ਦਾ ਸਮਾਂ ਤੁਹਾਡੇ ਸਹਿਜ ਸਾਧਨਾ ਦਾ ਹੈ। ਸਹਿਜ ਸਾਧਨਾ ਦੇ ਨਾਲ ਤੁਹਾਡਾ ਬ੍ਰਾਹਮਣ ਜਨਮ ਹੈ। ਪਰ ਸਾਧਨ ਅਤੇ ਸਾਧਨਾ ਨੂੰ ਦੇਖਦੇ ਸਾਧਨਾ ਨੂੰ ਨਹੀਂ ਭੁੱਲ ਜਾਣਾ,
ਕਿਉਂਕਿ ਆਖਿਰ ਵਿੱਚ ਸਾਧਨਾ ਹੀ ਕੰਮ ਵਿੱਚ ਆਉਣੀ ਹੈ। ਸਮਝਾ? ਅੱਛਾ, ਚਾਰੋਂ ਪਾਸੇ ਦੇ ਅਮੁੱਲਿਆ ਵਿਸ਼ੇਸ਼ ਰਤਨਾਂ ਨੂੰ ਸਦਾ ਹਰ ਦਿਨ ਉਤਸ਼ਾਹ ਨਾਲ ਉਤਸਵ ਮਨਾਉਣ ਵਾਲੀ ਸ੍ਰੇਸ਼ਟ ਆਤਮਾਵਾਂ ਨੂੰ ਸਦਾ ਸਵੈ ਸਥਿਤੀ ਅਤੇ ਸੇਵਾ ਤੇ ਉਨਤੀ ਵਿੱਚ ਬੈਲੈਂਸ ਰੱਖਣ ਵਾਲੀ ਬਲੈਸਿੰਗ ਅਤੇ ਅਧਿਕਾਰੀ ਆਤਮਾਵਾਂ ਨੂੰ ਸਦਾ ਪਰਿਸਥਿਤੀ ਨੂੰ ਸਹਿਜ ਪਾਰ ਕਰਨ ਵਾਲੀ ਇਵੇਂ ਦੀ ਅਚਲ ਅਡੋਲ ਮਹਾਵੀਰ ਆਤਮਾਵਾਂ ਨੂੰ ਬਾਪ ਦਾਦਾ ਦਾ ਯਾਦ ਪਿਆਰ ਅਤੇ ਨਮਸਤੇ ਜੀ। ਵਰਦਾਨ ਹੈ ਅੱਜ ਦਾ। ਸੰਪੂਰਨਤਾ ਦੁਆਰਾ ਸੰਪੰਨਤਾ ਦੀ ਪ੍ਰਲਬਧ ਦਾ ਅਨੁਭਵ ਕਰਨੇ ਵਾਲੇ ਸਰਵ ਝਮੇਲਿਆਂ ਤੋਂ ਮੁਕਤ ਭਵ। ਸੰਪੂਰਨਤਾ ਦਾ ਔਰ ਸੰਪੰਨਤਾ ਦੀ ਪ੍ਰਲਬਧ ਦਾ ਅਨੁਭਵ ਕਰਨ ਵਾਲੇ ਸਰਵ ਝਮੇਲਿਆਂ ਤੋਂ ਮੁਕਤ ਭਵ। ਅੱਜ ਬਾਪ ਦਾਦਾ ਆਖਦੇ ਨੇ, ਸੰਗਮ ਯੁਗ ਦੇ ਸਾਗਰ ਗੰਗਾ ਤੋਂ ਵੱਖ ਨਹੀਂ, ਗੰਗਾ ਸਾਗਰ ਤੋਂ ਵੱਖ ਨਹੀਂ। ਇਸ ਸਮੇਂ ਨਦੀ ਅਤੇ ਸਾਗਰ ਦਾ ਮੇਲਾ ਹੁੰਦਾ ਹੈ। ਜੋ ਇਸ ਮੇਲੇ ਵਿੱਚ ਰਹਿੰਦੇ ਹੈ ਉਹ ਸਰਵ ਝਮੇਲਿਆਂ ਤੋਂ ਮੁਕਤ ਹੋ ਜਾਂਦੇ ਹੈ। ਲੇਕਿਨ ਇਸ ਮੇਲੇ ਦਾ ਅਨੁਭਵ ਉਹੀ ਕਰ ਸਕਦਾ ਹੈ ਜੋ ਸਮਾਨ ਬਣਦੇ ਹੈ। ਸਮਾਨ ਬਣਨਾ ਮਤਲਬ ਸਮਾ ਜਾਣਾ। ਜਦੋਂ ਸਦਾ ਸਨੇਹ ਵਿੱਚ ਸਮਾਏ ਹੋਏ ਹੈ ਉਹ ਸੰਪੂਰਨਤਾ ਅਤੇ ਸੰਪੰਨਤਾ ਦੀ ਪ੍ਰਲਬਧ ਦਾ ਅਨੁਭਵ ਕਰਦੇ ਹੈ। ਉਹਨਾਂ ਨੂੰ ਕੋਈ ਵੀ ਅਲਪਕਾਲ ਦੇ ਪ੍ਰਲਬਧ ਦੀ ਇੱਛਾ ਨਹੀਂ ਰਹਿੰਦੀ। ਸਲੋਗਨ ਹੈ ਦਾ, ਸਦਾ ਇੱਕ ਬਾਪ ਦੇ ਸ੍ਰੇਸ਼ਟ ਸੰਗ ਵਿੱਚ ਰਹੋ ਤਾਂ ਹੋਲੀਐਸਟ ਅਤੇ ਹਾਈਐਸਟ ਬਣ ਜਾਓਗੇ। ਸਦਾ ਇੱਕ ਬਾਪ ਦੇ ਸ੍ਰੇਸ਼ਟ ਸੰਗ ਵਿੱਚ ਰਹੋ ਤਾਂ ਹੋਲੀਐਸਟ ਅਤੇ ਹਾਈਐਸਟ ਬਣ ਜਾਓਗੇ। ਚੰਗਾ। ਓਮ ਸ਼ਾਂਤੀ।